ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, +2 ਦੇ ਵਿਦਿਆਰਥੀਆਂ ਦੀ ਡਿਮਾਂਡ ਹੈ ਵੀ ਨਵੇਂ 6 ਨੰਬਰ ਦੇ ਕੁਐਸਚਨ ਜਿਹੜੇ ਨੇ ਜ਼ਰੂਰ ਰਿਵੀਜ਼ਨ ਕਰਾਈ ਜਾਏ +2 ਐਗਜ਼ਾਮ ਵਾਸਤੇ। ਸੋ 6 ਮਾਰਕਸ ਦੇ ਕੁਐਸਚਨ ਜਿਹੜੇ ਨੇ +2 ਵਾਸਤੇ ਸੈਕੰਡ ਟਰਮ ਲਈ ਖਾਸ ਤੌਰ 'ਤੇ ਦੋ ਕੁਐਸਚਨ ਅੱਜ ਅਸੀਂ ਡਿਸਕਸ ਕਰਾਂਗੇ। ਨੌਕਰਸ਼ਾਹੀ ਦੀ ਭੂਮਿਕਾ ਅਤੇ ਕੰਮ ਅਤੇ ਲੋਕ ਮਤ ਦੇ ਨਿਰਮਾਣ ਦੇ ਸਾਧਨ। ਸੋ ਆਓ ਆਪਾਂ ਇਹ ਕੁਐਸਚਨ ਕਰੀਏ, ਨੌਕਰਸ਼ਾਹੀ ਦੀ ਭੂਮਿਕਾ ਅਤੇ ਕੰਮ ਅਤੇ ਲੋਕ ਮਤ ਦੇ ਨਿਰਮਾਣ ਦੇ ਸਾਧਨ। ਸੋ ਪਹਿਲਾ ਪ੍ਰਸ਼ਨ ਹੈ, ਨੌਕਰਸ਼ਾਹੀ ਦੇ ਕੰਮ ਅਤੇ ਇਹਦੀ ਭੂਮਿਕਾ। ਪਿਆਰੇ ਵਿਦਿਆਰਥੀਓ, ਨੌਕਰਸ਼ਾਹੀ ਵਿੱਤੀ ਕੰਮ, ਨਿਆਇਕ ਕੰਮ, ਸਲਾਹਕਾਰੀ ਕੰਮ, ਪ੍ਰਸ਼ਾਸਨ ਚਲਾਉਣ ਦੇ ਕੰਮ, ਕਾਨੂੰਨ ਬਣਾਉਣ ਦੇ ਕੰਮ, ਨੀਤੀਆਂ ਨੂੰ ਲਾਗੂ ਕਰਨ ਦੇ ਕੰਮ ਅਤੇ ਸਮਾਜਿਕ ਅਤੇ ਆਰਥਿਕ ਕੰਮ ਕਰਦੀ ਹੈ। ਨੌਕਰਸ਼ਾਹੀ ਤੁਹਾਨੂੰ ਪਤਾ ਵਾ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਨੌਕਰਸ਼ਾਹੀ ਅਸੈਨਿਕ ਅਧਿਕਾਰੀਆਂ ਨੂੰ ਕਿਹਾ ਜਾਂਦਾ ਵਾ, ਜਿਹੜੇ ਰਾਜਨੀਤਿਕ ਨੇਤਾਵਾਂ ਦੀ ਸਹਾਇਤਾ ਕਰਦੇ ਨੇ, ਮਦਦ ਕਰਦੇ ਨੇ ਐਜ਼ ਕਿਉਂਕਿ ਪਰਮਾਨੈਂਟ ਐਗਜ਼ੈਕਟਿਵ ਹੁੰਦੇ ਨੇ, ਸਥਾਈ ਕਾਰਜਪਾਲਿਕਾ ਹੁੰਦੀ ਹੈ। ਸੋ ਕਿਹੜੇ ਇਹਨਾਂ ਦੇ ਕੰਮ ਨੇ, ਆਓ ਡਿਸਕਸ ਕਰੀਏ ਡਿਟੇਲ ਵਿੱਚ। ਸਭ ਤੋਂ ਪਹਿਲਾ ਕੰਮ ਹੈਗਾ ਵਿੱਤੀ ਕੰਮ। ਨੌਕਰਸ਼ਾਹੀ ਵਿੱਤੀ ਖੇਤਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬਜਟ ਲਗਾਉਣ ਸੰਬੰਧੀ ਸੁਝਾਅ ਦੇਣੇ, ਬਜਟ ਤੋਂ ਬਾਅਦ ਟੈਕਸ ਇਕੱਠਾ ਕਰਨਾ, ਸਰਕਾਰੀ ਖਰਚਿਆਂ ਦਾ ਹਿਸਾਬ ਕਿਤਾਬ ਰੱਖਣਾ ਆਦਿ ਸਾਰੇ ਕੰਮ ਜਿਹੜੇ ਨੌਕਰਸ਼ਾਹੀ ਦੁਆਰਾ ਕੀਤੇ ਜਾਂਦੇ ਨੇ। ਦੂਜਾ ਕੰਮ ਹੈਗਾ ਨਿਆਇਕ ਕੰਮ। ਨੌਕਰਸ਼ਾਹੀ ਨੂੰ ਨਿਆਇਕ ਕੰਮ ਵੀ ਕਰਨੇ ਪੈਂਦੇ ਹਨ। ਵਿਭਾਗਾਂ ਨਾਲ ਸੰਬੰਧਿਤ ਝਗੜੇ, ਮਜ਼ਦੂਰ ਅਤੇ ਮਿੱਲ ਮਾਲਕਾਂ ਦੇ ਝਗੜਿਆਂ ਨੂੰ ਪ੍ਰਸ਼ਾਸਕੀ ਅਦਾਲਤਾਂ ਦੁਆਰਾ ਹੱਲ ਕੀਤਾ ਜਾ ਰਿਹਾ। ਇਨਕਮ ਟੈਕਸ ਦੁਆਰਾ ਨਾਲ ਸੰਬੰਧਿਤ ਝਗੜਿਆਂ ਦਾ ਨਿਪਟਾਰਾ ਵੀ ਜਿਹੜੇ ਨੇ ਇਨਕਮ ਟੈਕਸ ਕਮਿਸ਼ਨਰ ਵੱਲੋਂ ਕੀਤਾ ਜਾਂਦਾ ਵਾ। ਇਹ ਸਾਰੇ ਹੀ ਨੌਕਰਸ਼ਾਹੀ ਦੇ ਕੰਮ ਨੇ। ਇਸ ਤੋਂ ਅੱਗੇ ਜੀ ਤੀਜਾ ਕੰਮ ਹੈਗਾ ਸਲਾਹ ਸੰਬੰਧੀ ਕੰਮ। ਨੌਕਰਸ਼ਾਹੀ ਦਾ ਮੁੱਖ ਕੰਮ ਰਾਜਨੀਤਿਕ ਕਾਰਜਪਾਲਿਕਾ ਅਰਥਾਤ ਮੰਤਰੀਆਂ ਨੂੰ ਯੋਗ ਅਤੇ ਉਚਿਤ ਸਲਾਹ ਦੇਣਾ ਹੈ। ਨੌਕਰਸ਼ਾਹੀ ਦੇ ਮੈਂਬਰ ਆਪਣੇ ਕੰਮਾਂ ਵਿੱਚ ਬਹੁਤ ਨਿਪੁੰਨ ਹੁੰਦੇ ਹਨ ਅਤੇ ਉਹਨਾਂ ਦਾ ਤਜਰਬਾ ਵੀ ਬਹੁਤ ਹੁੰਦਾ ਹੈ, ਜਿਸ ਕਾਰਨ ਉਹ ਵਿਭਾਗ ਦੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਨ। ਮੰਤਰੀ ਵੀ ਉਹਨਾਂ ਦੁਆਰਾ ਦਿੱਤੇ ਗਏ ਸੁਝਾਵਾਂ ਦਾ ਸਤਿਕਾਰ ਕਰਦੇ ਹਨ। ਚੌਥਾ ਕੰਮ ਹੈਗਾ ਜੀ ਨੌਕਰਸ਼ਾਹੀ ਦਾ ਪ੍ਰਸ਼ਾਸਨ ਚਲਾਉਣਾ। ਲੋਕਤੰਤਰੀ ਦੇਸ਼ਾਂ ਵਿੱਚ ਸਰਕਾਰ ਦੇ ਬਹੁਤੇ ਕੰਮ ਫੈਲੇ ਹੁੰਦੇ ਹਨ। ਬਿਨਾਂ ਨੌਕਰਸ਼ਾਹੀ ਦੀ ਸਹਾਇਤਾ ਤੋਂ ਇਹਨਾਂ ਨੂੰ ਕੁਸ਼ਲਤਾਪੂਰਵਕ ਨਹੀਂ ਸਿਰੇ ਚੜ੍ਹਾਇਆ ਜਾ ਸਕਦਾ। ਭਾਵੇਂ ਪ੍ਰਸ਼ਾਸਨ ਚਲਾਉਣ ਦੀ ਅੰਤਮ ਜ਼ਿੰਮੇਵਾਰੀ ਮੰਤਰੀਆਂ ਦੀ ਹੁੰਦੀ ਹੈ, ਪਰ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਨੌਕਰਸ਼ਾਹੀ ਵੱਲੋਂ ਹੀ ਚਲਾਇਆ ਜਾਂਦਾ। ਪੰਜਵਾਂ ਹੈਗਾ ਜੀ ਕਾਨੂੰਨ ਨਿਰਮਾਣ ਦੇ ਕੰਮ। ਨੌਕਰਸ਼ਾਹੀ ਦੇ ਕਰਮਚਾਰੀ ਕਾਨੂੰਨ ਨਿਰਮਾਣ ਦੇ ਕੰਮ ਕਰਦੇ ਹਨ, ਜਿਵੇਂ ਮੰਤਰੀਆਂ ਦੁਆਰਾ ਜੋ ਬਿੱਲ ਵਿਧਾਨ ਮੰਡਲ ਵਿੱਚ ਪੇਸ਼ ਕੀਤੇ ਜਾਂਦੇ ਹਨ ਉਹਨਾਂ ਨੂੰ ਤਿਆਰ ਕਰਨਾ। ਪ੍ਰਸ਼ਾਸਕੀ ਅਧਿਕਾਰੀ ਆਪਣੇ ਲੰਬੇ ਤਜਰਬੇ ਕਰਕੇ ਦੋਸ਼ ਰਹਿਤ ਕਾਨੂੰਨਾਂ ਦਾ ਨਿਰਮਾਣ ਕਰਦੇ ਹਨ। ਸੰਸਦ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਨੌਕਰਸ਼ਾਹੀ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਛੇਵਾਂ ਕੰਮ ਹੈਗਾ ਜੀ ਨੀਤੀਆਂ ਨੂੰ ਲਾਗੂ ਕਰਨਾ। ਮੰਤਰੀ ਕਲਿਆਣਕਾਰੀ ਦੇਸ਼ਾਂ ਵਿੱਚ ਨੀਤੀਆਂ ਬਣਾਉਣ ਦਾ ਕੰਮ ਕਰਦੇ ਹਨ, ਪਰ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦਾ ਕੰਮ ਨੌਕਰਸ਼ਾਹੀ ਦੇ ਮੈਂਬਰ ਇਮਾਨਦਾਰੀ ਅਤੇ ਕੁਸ਼ਲਤਾਪੂਰਵਕ ਕਰਦੇ ਹਨ। ਨੀਤੀਆਂ ਦੇ ਬੁਰੇ ਜਾਂ ਚੰਗੇ ਨਤੀਜਿਆਂ ਦੀ ਜ਼ਿੰਮੇਵਾਰੀ ਮੰਤਰੀਆਂ ਦੀ ਹੁੰਦੀ ਹੈ। ਸੱਤਵਾਂ ਹੈਗਾ ਜੀ ਆਰਥਿਕ ਅਤੇ ਸਮਾਜਿਕ ਵਿਕਾਸ ਸੰਬੰਧੀ ਕੰਮ। ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ। ਇਸ ਦੇ ਵਿਕਾਸ ਲਈ ਕਿੰਨੀਆਂ ਵੀ ਯੋਜਨਾਵਾਂ ਬਣਾਈਆਂ ਜਾਣ, ਜੇਕਰ ਉਹ ਸਹੀ ਤਰੀਕੇ ਨਾਲ ਲਾਗੂ ਨਾ ਕੀਤੀਆਂ ਜਾਣ ਤਾਂ ਇਹ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ। ਇਹਨਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਨਿਰਪੱਖ ਅਤੇ ਇਮਾਨਦਾਰ ਨੌਕਰਸ਼ਾਹੀ ਦਾ ਹੋਣਾ ਜ਼ਰੂਰੀ ਹੈ। ਸੋ ਇਹ ਸੀਗਾ ਨੌਕਰਸ਼ਾਹੀ ਦੀ ਭੂਮਿਕਾ ਅਤੇ ਕੰਮ। ਹੁਣ ਆਪਾਂ ਗੱਲ ਕਰਾਂਗੇ ਲੋਕ ਮਤ ਯਾਨੀ ਜਨਮਤ ਦੇ ਨਿਰਮਾਣ ਦੇ ਸਾਧਨ। ਜਨਮਤ ਦਾ ਨਿਰਮਾਣ ਜਿਹੜਾ ਉਹ ਕਿਵੇਂ ਹੁੰਦਾ ਵਾ, ਲੋਕ ਮਤ ਜਿਹਨੂੰ ਜਨਮਤ ਕਿਹਾ ਜਾਂਦਾ, ਅਤੇ ਇਹ ਕਿਵੇਂ ਬਣਦੀ ਹੈ, ਲੋਕ ਰਾਏ ਜਾਂ ਲੋਕ ਮਤ ਪਬਲਿਕ ਓਪੀਨੀਅਨ ਕਿਵੇਂ ਬਣਦੀ ਹੈ ਅਤੇ ਕਿਵੇਂ ਲਾਗੂ ਹੁੰਦੀ ਹੈ, ਉਹਦੇ ਕਿਹੜੇ ਸਾਧਨ ਨੇ ਉਹਦੇ ਬਾਰੇ ਹੁਣ ਆਪਾਂ ਚਰਚਾ ਕਰਾਂਗੇ। ਸੈਕੰਡ ਪ੍ਰਸ਼ਨ ਹੈ ਤੁਹਾਡਾ ਪਹਿਲਾ ਇਹਦਾ ਪੁਆਇੰਟ ਹੈਗਾ ਸਾਧਨ ਹੈਗਾ ਪ੍ਰੈਸ। ਜਨਮਤ ਪ੍ਰਗਟ ਕਰਨ ਅਤੇ ਜਨਮਤ ਦਾ ਨਿਰਮਾਣ ਕਰਨ ਵਿੱਚ ਪ੍ਰੈਸ ਦੀ ਮਹੱਤਵਪੂਰਨ ਹੱਥ ਹੈ। ਪ੍ਰੈਸ ਦਾ ਅਰਥ ਛਾਪਾਖਾਨਾ ਨਹੀਂ, ਸਗੋਂ ਪ੍ਰੈਸ ਤੋਂ ਭਾਵ ਸਾਰੇ ਪ੍ਰਕਾਸ਼ਿਤ ਸਾਧਨ ਜਿਨ੍ਹਾਂ ਰਾਹੀਂ ਮਤ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਕਿ ਸਮਾਚਾਰ ਪੱਤਰ, ਪੱਤਰਕਾਵਾਂ, ਪੁਸਤਕਾਂ,
ਮੈਗਜ਼ੀਨ, ਰਸਾਲੇ ਵਗੈਰਾ, ਇਹ ਸਾਰੇ ਪ੍ਰੈਸ ਵਿੱਚ ਆਉਂਦੇ ਨੇ। ਦੂਜਾ ਰਾਜਨੀਤਿਕ ਦਲ, ਜਿਹੜਾ ਦੂਜਾ ਸਾਧਨ ਹੈਗਾ ਲੋਕ ਰਾਏ ਦਾ, ਪਬਲਿਕ ਓਪੀਨੀਅਨ ਦਾ, ਉਹ ਰਾਜਨੀਤਿਕ ਦਲ ਹੈ। ਲੋਕਤੰਤਰੀ ਸਰਕਾਰ ਵਿੱਚ ਰਾਜਨੀਤਿਕ ਦਲਾਂ ਦਾ ਮਹੱਤਵ ਹੁੰਦਾ ਹੈ। ਅਸਲੀਅਤ ਇਹ ਹੈ ਕਿ ਬਿਨਾਂ ਰਾਜਨੀਤਿਕ ਦਲਾਂ ਦੇ ਲੋਕਤੰਤਰ ਸਰਕਾਰ ਚੱਲ ਹੀ ਨਹੀਂ ਸਕਦੀ। ਰਾਜਨੀਤਿਕ ਦਲ ਦਾ ਉਦੇਸ਼ ਸਰਕਾਰ ਦੇ ਕੰਟਰੋਲ ਕਰਨਾ ਹੁੰਦਾ ਤਾਂ ਕਿ ਉਹ ਆਪਣੇ ਸਿਧਾਂਤਾਂ ਨੂੰ ਲਾਗੂ ਕਰ ਸਕੇ। ਰਾਜਨੀਤਿਕ ਦਲ ਸਰਕਾਰ ਦੀ ਸੱਤਾ 'ਤੇ ਹੀ ਕੰਟਰੋਲ ਰੱਖ ਸਕਦੇ ਹਨ ਜਦ ਜਨਮਤ ਉਹਨਾਂ ਦੇ ਪੱਖ ਵਿੱਚ ਹੋਵੇ। ਇਸ ਲਈ ਹਰੇਕ ਰਾਜਨੀਤਿਕ ਦਲ ਜਨਮਤ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦਾ ਵਾ ਤਾਂ ਕਿ ਪਬਲਿਕ ਓਪੀਨੀਅਨ ਉਹਨਾਂ ਦੇ ਨਾਲ ਰਵੇ। ਨੈਕਸਟ ਹੈਗਾ ਰੇਡੀਓ ਅਤੇ ਟੈਲੀਵਿਜ਼ਨ। ਆਧੁਨਿਕ ਯੁੱਗ ਵਿੱਚ ਜਨਮਤ ਦੇ ਨਿਰਮਾਣ ਵਿੱਚ ਰੇਡੀਓ ਅਤੇ ਟੈਲੀਵਿਜ਼ਨ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੇਡੀਓ ਅਤੇ ਟੈਲੀਵਿਜ਼ਨ ਜਨਤਾ ਦਾ ਮਨੋਰੰਜਨ ਹੀ ਨਹੀਂ ਕਰਦੇ, ਸਗੋਂ ਜਨਤਾ ਨੂੰ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਂਦੇ ਹਨ। ਰਾਜਨੀਤਿਕ ਦਲਾਂ ਦੇ ਆਗੂ, ਵੱਡੇ ਵੱਡੇ ਵਿਦਵਾਨ ਆਪਣੇ ਵਿਚਾਰਾਂ ਨੂੰ ਰੇਡੀਓ ਰਾਹੀਂ ਜਨਤਾ ਤੱਕ ਪਹੁੰਚਾਉਂਦੇ ਹਨ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਅਕਸਰ ਰੇਡੀਓ ਰਾਹੀਂ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਂਦੇ ਹਨ। ਜਨਤਾ ਘਰ ਬੈਠੇ ਆਪਣੇ ਆਗੂਆਂ ਦੇ ਵਿਚਾਰ ਸੁਣ ਲੈਂਦੀ ਹੈ। ਤੀਜਾ ਸਾਧਨ ਹੈਗਾ ਜੀ ਚੌਥਾ ਸਾਧਨ ਹੈ ਸਿੱਖਿਆ ਸੰਸਥਾਵਾਂ। ਵਿਦਿਆਰਥੀ ਆਪਣੇ ਮਤ ਦੇ ਨਿਰਮਾਣ ਆਮ ਤੌਰ 'ਤੇ ਆਪਣੇ ਅਧਿਆਪਕਾਂ ਦੇ ਵਿਚਾਰ ਸੁਣ ਕੇ ਕਰਦੇ ਹਨ। ਨਾਗਰਿਕ ਸ਼ਾਸਤਰ ਦੇ ਅਧਿਆਪਕ ਵਿਸ਼ੇਸ਼ ਕਰਕੇ ਪੜ੍ਹਾਉਂਦੇ ਸਮੇਂ ਸਰਕਾਰ ਦੇ ਕੰਮਾਂ ਦੀ ਉਦਾਹਰਨ ਦਿੰਦੇ ਹਨ ਅਤੇ ਕਈ ਅਧਿਆਪਕ ਸਰਕਾਰ ਦੀ ਸਖਤ ਆਲੋਚਨਾ ਕਰਦੇ ਹਨ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ। ਅਧਿਆਪਕਾਂ ਦੇ ਵਿਚਾਰਾਂ ਦਾ ਵਿਦਿਆਰਥੀਆਂ ਦੇ ਮਨ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਸਮੱਸਿਆਵਾਂ ਦੇ ਵਿਚਾਰ ਭਾਸ਼ਣ ਮੁਕਾਬਲੇ ਹੁੰਦੇ ਹਨ। ਸਾਹਿਤਕ ਗੋਸ਼ਟੀਆਂ ਵੀ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਵਿਦਵਾਨਾਂ ਅਤੇ ਨੇਤਾਵਾਂ ਨੂੰ ਬੁਲਾਇਆ ਜਾਂਦਾ। ਇਸ ਤਰ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਜਾਂਦਾ ਹੈ। ਅਗਲਾ ਹੈਗਾ ਜੀ ਚੋਣਾਂ, ਇਲੈਕਸ਼ਨਜ਼। ਲੋਕਤੰਤਰ ਵਿੱਚ 4-5 ਸਾਲ ਪਿੱਛੋਂ ਚੋਣਾਂ ਹੁੰਦੀਆਂ ਨੇ। ਚੋਣਾਂ ਦੇ ਸਮੇਂ ਰਾਜਨੀਤਿਕ ਦਲ ਦੇਸ਼ ਦੀਆਂ ਸਮੱਸਿਆਵਾਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਦੇ ਹਨ। ਅੱਜ ਕੱਲ੍ਹ ਤਾਂ ਚੋਣਾਂ ਦੇ ਸਮੇਂ ਉਮੀਦਵਾਰ ਅਤੇ ਉਸ ਦੇ ਸਮਰਥਕ ਘਰ ਘਰ ਜਾ ਕੇ ਨਾਗਰਿਕਾਂ ਨੂੰ ਆਪਣੇ ਵਿਚਾਰ ਦੱਸਦੇ ਹਨ। ਇਸ਼ਤਿਹਾਰ ਛਪਵਾ ਕੇ ਸੜਕਾਂ ਅਤੇ ਗਲੀਆਂ ਵਿੱਚ ਲਗਾਏ ਜਾਂਦੇ ਹਨ। ਇਸ ਤਰ੍ਹਾਂ ਇਹ ਪ੍ਰਚਾਰ ਜਨਮਤ ਦੇ ਨਿਰਮਾਣ ਦਾ ਮਹੱਤਵਪੂਰਨ ਸਾਧਨ ਹੈ। ਸਿਨੇਮਾ ਵੀ ਜਨਮਤ ਬਣਾਉਣ ਦੇ ਮਹੱਤਵਪੂਰਨ ਸਾਧਨ ਹੈ। ਸਰਕਾਰ ਨਿਊਜ਼ ਰੀਲ ਰਾਹੀਂ ਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਸੰਬੰਧ ਵਿੱਚ ਜਨਤਾ ਨੂੰ ਸਿੱਖਿਅਤ ਕਰਦੀ ਹੈ। ਚੰਗੀਆਂ ਫਿਲਮਾਂ ਰਾਹੀਂ ਸਮਾਜ ਦੀਆਂ ਬੁਰਾਈਆਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਅਤੇ ਉਹਨਾਂ ਦੇ ਹੱਲ ਬਾਰੇ ਦੱਸਿਆ ਜਾਂਦਾ। ਦੇਸ਼ ਭਗਤੀ ਦੀਆਂ ਫਿਲਮਾਂ ਜਨਤਾ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਮਹੱਤਵਪੂਰਨ ਮਦਦਗਾਰ ਹੁੰਦੀਆਂ ਨੇ। ਸੋ ਪਿਆਰੇ ਵਿਦਿਆਰਥੀਓ, ਇਹ 2 ਪ੍ਰਸ਼ਨ ਅੱਜ ਤੁਸੀਂ ਯਾਦ ਕਰੋ। ਅੱਗੋਂ ਅਸੀਂ ਹੋਰ ਕੁਐਸਚਨ ਜਿਹੜੇ 6 ਨੰਬਰ 'ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਸੋ ਇਸ ਤਰ੍ਹਾਂ ਤੁਸੀਂ ਆਪਣੀ ਤਿਆਰੀ ਐਗਜ਼ਾਮ ਦੀ ਕਰ ਸਕਦੇ ਹੋ 6 ਮਾਰਕਸ ਦੇ ਕੁਐਸਚਨ ਤਿਆਰ ਕਰਕੇ। ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਜੇਕਰ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਕੌਨਸੈਪਟ ਗੁਰੂ ਏਕੇ ਚੈਨਲ ਦੇਖਦੇ ਰਹੋ। ਪੋਲੀਟੀਕਲ ਸਾਇੰਸ ਦੀ +1, 2 ਅਤੇ BA ਪਾਰਟ 1, 2 ਦੀ ਤਿਆਰੀ ਲਈ ਕੌਨਸੈਪਟ ਗੁਰੂ ਏਕੇ ਚੈਨਲ। ਥੈਂਕ ਯੂ।